ਖੜਿਆਲ ਸਾਹਿਬ ਦਾ ਰੁਖ ਕਰਦੇ ਹਾਂ। ਕਾਂਗਰਸ ਤੋਂ ਸਾਡੇ ਨਾਲ ਜੁੜੇ ਹੋਏ ਨੇ। ਖੜਿਆਲ ਸਾਹਿਬ, ਲੱਗ ਰਿਹਾ ਕਿ ਸਰਕਾਰ ਪੰਜਾਬ ਦੇ ਮੁੱਦਿਆਂ ਨੂੰ, ਜਿਨ੍ਹਾਂ ਨੂੰ ਲੈ ਕੇ ਰੇੜਕਾ ਗੁਆਂਢੀਆਂ ਦੇ ਨਾਲ, ਸੈਂਟਰ ਦੇ ਨਾਲ ਰਿਹਾ, ਉਸ ਨੂੰ ਮਜ਼ਬੂਤੀ ਨਾਲ ਚੁੱਕਣ ਦੇ ਵਿੱਚ ਕਾਮਯਾਬ ਰਹੀ ਹੈ। ਗੌਰਵ ਜੀ, ਸਵਾਲ ਲਈ ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਜੀ ਕਿ ਜਿਹੜਾ ਅੱਜ ਕਿਸਾਨਾਂ ਦੇ ਨਾਲ ਧੱਕਾ ਹੋਇਆ, ਉਹ ਵੈਨਿਊ ਦੇ ਬਾਹਰ 에ਅਰਪੋਰਟ ਦੇ ਕੋਲੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਕਿਉਂਕਿ ਉਹ ਪੀਸਫੁਲੀ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਸ਼ਾਂਤਮਈ ਤਰੀਕੇ ਨਾਲ ਧਰਨਾ ਆਪਦਾ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਵਿਰੋਧ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਜਿਹੜੇ ਕਿਸਾਨਾਂ ਦੇ ਨਾਲ ਧੱਕੇ ਹੋਏ ਹੈ, ਜ਼ਾਤੀਆਂ ਹੋਈਆਂ ਹੈ, ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸੇ ਕਿ ਇਹਦੀ ਕੀ ਅਕਾਊਂਟੇਬਿਲਿਟੀ ਫਿਕਸ ਕਰੋਗੇ ਪੁਲਿਸ ਵਾਲਿਆਂ ਦੀ ਜਿਨ੍ਹਾਂ ਨੇ ਡਿਟੇਨ ਕੀਤਾ। ਕਦੇ ਲਾਇਰਸ ਨਾਲ ਧੱਕਾ ਗੌਰਵ ਜੀ, ਕਦੇ ਕਿਸਾਨਾਂ ਨਾਲ ਧੱਕਾ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਕੁਛ ਨਹੀਂ ਰਹੀ ਹੈ। ਇਹਦਾ ਜਵਾਬ ਦਿਓ। ਦੂਜਾ ਦੇਖੋ, ਜਿਹੜਾ ਮੁੱਦਾ ਇਹਨਾਂ ਨੇ ਚੱਕਿਆ ਨਾ ਗੌਰਵ ਜੀ, SYL ਦਾ, ਮੈਂ ਇਹਨਾਂ ਨੂੰ ਕਹੂੰਗਾ ਕਿ ਤੁਸੀਂ ਰਾਈਪੇਰੀਅਨ ਪ੍ਰਿੰਸੀਪਲ ਦਾ ਜ਼ਿਕਰ ਕੀਤਾ, ਬਹੁਤ ਅੱਛੀ ਗੱਲ ਹੈ, ਲੇਕਿਨ ਸੁਪਰੀਮੋ ਕੇਜਰੀਵਾਲ ਸਾਹਿਬ ਨੂੰ ਤਾਂ ਦੱਸ ਦਿਓ। ਉਹ ਤਾਂ ਓਪਨਲੀ ਕਹਿ ਰਹੇ ਆ ਵੀ ਦੋਵੇਂ ਸੂਬਿਆਂ ਦਾ ਹੱਕ ਹੈ SYL ਦੇ ਪਾਣੀ ਤੇ, ਆਪ ਹੀ ਸਾਡੇ ਹੱਕ ਨੂੰ ਡਿਸੋਲਵ ਬੇਸਿਕਲੀ ਖਤਮ ਕਰ ਰਹੇ ਹੈ, ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ। ਤੇ ਰਾਈਪੇਰੀਅਨ ਪ੍ਰਿੰਸੀਪਲ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਦੱਸੋ ਵੀ ਹੁੰਦਾ ਕੀ ਹੈ ਤੇ ਕਿਉਂ ਸਿਰਫ ਪੰਜਾਬ ਦਾ ਹੱਕ ਹੈ। ਪਰ ਇਹ ਕੰਸਰਨ ਹੈ, ਜਿਹੜੇ 4-5 ਮੁੱਦੇ ਤੁਸੀਂ ਦੱਸੇ ਹੈ, ਇਹ ਕੰਸਰਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇੋਰਟੀ ਹਮੇਸ਼ਾ ਵੋਟ ਹੈ, ਇਲੈਕਸ਼ਨਸ ਹੈ, ਵੈਲਫੇਅਰ ਬਾਅਦ ਚ ਆਉਂਦਾ। ਮੈਂ ਤੁਹਾਨੂੰ ਦੱਸਦਾ ਕਿਵੇਂ। ਹੁਣ ਦੂਜਾ ਆ ਜਾਓ, RDF ਦਾ ਇਸ਼ੂ ਹੈ। RDF ਦੇ ਇਸ਼ੂ ਤੇ ਗੌਰਵ ਜੀ ਪਹਿਲਾਂ ਗਵਰਨਰ ਸਾਹਿਬ ਕੋਲੇ ਗਏ ਨਹੀਂ, ਇਹ ਸਿੱਧਾ ਚਲੇ ਗਏ ਸੁਪਰੀਮ ਕੋਰਟ, ਪੈਸਾ ਖਰਚ ਕੇ ਪੰਜਾਬ ਦੇ ਟੈਕਸਪੇਅਰ ਦਾ, ਤੇ ਇਹਨਾਂ ਨੇ ਵਕੀਲ ਸਾਹਿਬ ਐਂਗੇਜ ਕੀਤੇ, ਗਰੇਵਾਲ ਸਾਹਿਬ ਦੱਸਣ ਉਹਨਾਂ ਦੀ ਪਰ ਅਪੀਅਰੈਂਸ ਫੀਸ ਕਿੰਨੀ ਹੈ, ਉਹਨਾਂ ਦੀ ਟੋਟਲ ਫੀਸ ਕਿੰਨੀ ਹੈ, ਤੇ ਕੀ ਤੁਸੀਂ ਆਪਦੀ ਜੇਬ ਚੋਂ ਭਰ ਰਹੇ ਹੋ ਜਾਂ ਪੰਜਾਬ ਦਾ ਟੈਕਸਪੇਅਰ ਜੇਬ ਚੋਂ ਭਰ ਰਿਹਾ ਹੈ। ਪਹਿਲਾਂ ਇਲੈਕਸ਼ਨ ਦਿੰਦੇ ਹੁੰਦੇ ਸੀਗੇ। ਫਿਰ ਗੌਰਵ ਜੀ ਜਦੋਂ ਸੁਪਰੀਮ ਕੋਰਟ ਚਲੇ ਗਏ, ਮੈਟਰ ਸਬਜੁਡਿਸ ਹੋ ਗਿਆ, ਫਿਰ ਗਵਰਨਰ ਸਾਹਿਬ ਕੋਲੇ ਆ ਗਏ। ਗਵਰਨਰ ਸਾਹਿਬ ਨੂੰ ਕਹਿੰਦੇ ਵੀ ਸਾਡੀ ਇਹ ਸਾਨੂੰ ਪੈਸਾ ਦਵਾਇਆ ਜਾਵੇ। ਗਵਰਨਰ ਸਾਹਿਬ ਨੇ ਕਲੀਅਰ ਸ਼ਬਦਾਂ ਵਿੱਚ ਕਹਿੰਦਾ ਵੀ ਮੈਟਰ ਜਿਹੜਾ ਹੈਗਾ ਸਬਜੁਡਿਸ ਹੈ, ਜਿੰਨਾ ਚਿਰ ਫੈਸਲਾ ਨਹੀਂ ਆਉਂਦਾ ਸਾਨੂੰ ਉਡੀਕਣਾ ਪਊਗਾ। ਠੀਕ ਹੈ। ਤੇ ਹੁਣ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਦੱਸੇ ਕਿ ਤੁਸੀਂ ਜਦੋਂ ਇਹ ਕਰਦੇ ਹੋ ਪ੍ਰੋਸੀਜਰ, ਤੁਹਾਨੂੰ ਨਹੀਂ ਸਮਝ ਆਏਗੀ, ਪ੍ਰੋਸੀਜਰ ਦੀ ਐਕਸਪੀਰੀਅੰਸ ਨਹੀਂ ਹੈ, ਉਦੋਂ ਕੀ ਹੁੰਦਾ ਗੌਰਵ ਜੀ? ਹੁਣ ਖੁਦਾ ਨਾ ਖਾਸਤਾ ਅਸੀਂ ਉਮੀਦ ਕਰਦੇ, ਐਕਸਪੈਕਟ ਕਰਦੇ ਫੈਸਲਾ ਸਾਡੇ ਹੱਕ ਚ ਆਵੇ, ਠੀਕ ਹੈ, ਖੁਦਾ ਨਾ ਖਾਸਤਾ ਜੇ ਫੈਸਲਾ ਖਿਲਾਫ ਆ ਗਿਆ ਤਾਂ ਗਵਰਨਰ ਸਾਹਿਬ ਕੀ ਫੈਸਲੇ ਦੇ ਉਲਟ ਜਾ ਸਕਣਗੇ? ਤੇ ਕਿਉਂ ਨਹੀਂ ਗਵਰਨਰ ਸਾਹਿਬ ਨਾਲ ਪਹਿਲਾਂ ਗੱਲ ਕਰ ਸਕੇ? ਜੇ ਕਹਿਣ ਵੀ ਉਹ ਸੁਣਦੇ ਨਹੀਂ ਹੈ, ਫਿਰ ਹੁਣ ਕਿਉਂ ਗਏ ਹੋ ਤੁਸੀਂ? ਤੇ ਨਾਲੇ ਤੀਜੀ ਗੱਲ ਜੇ ਵੇਰਵਾ ਦੇ ਕੇ ਵੀ ਪੈਸਾ ਕਿੱਥੇ ਖਰਚਿਆ ਹੈ, ਕਰਜ਼ਾ ਕਿਉਂ ਲਿਆ ਹੈ, ਤੇ ਦੇ ਕੇ ਜੇ ਵੇਰਵਾ ਤੇ ਪੰਜਾਬ ਨੂੰ RDF ਦਾ ਪੈਸਾ ਮਿਲ ਸਕਦਾ ਹੈ ਜੀ, ਫਿਰ ਤੁਸੀਂ ਦੇਸ਼ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਕਤ ਕੀ ਹੈ? ਫਿਰ ਗੌਰਵ ਜੀ ਤੀਜਾ ਚੰਡੀਗੜ੍ਹ ਦਾ ਇਸ਼ੂ ਜੀ, ਜਦੋਂ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਅਲਾਟ ਹੋਈ ਹੈ ਨਾ ਹਰਿਆਣੇ ਨੂੰ ਜੀ, ਮੈਂ ਤੁਹਾਨੂੰ ਇਹ ਗੱਲ ਦੱਸਾਂ, ਕਹਿੰਦੇ ਨਾ ਕਿ ਆਪਣਾ ਜਦੋਂ ਸਾਰਾ ਕੁਝ ਹੋ ਗਿਆ, ਲੈਂਡ ਵੀ ਅਲਾਟ ਹੋ ਗਿਆ ਵੱਖਰੀ ਵਿਧਾਨ ਸਭਾ ਲਈ ਹਰਿਆਣਾ ਨੂੰ, ਉਦੋਂ ਰੌਲਾ ਪਾਉਣ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ। 1 ਸਾਲ ਇਹ ਪ੍ਰੋਸੈਸ ਚੱਲਦਾ ਰਿਹਾ ਗੌਰਵ ਜੀ। ਅਮਿਤ ਸ਼ਾਹ ਸਾਹਿਬ ਨੇ ਕਦੋਂ ਇਹ ਚੀਜ਼ ਅਨਾਉਂਸ ਕੀਤੀ ਸੀ ਵੀ ਅਸੀਂ ਅਲਾਟ ਕਰਾਂਗੇ, ਉਦੋਂ ਕੁਝ ਨਹੀਂ ਬੋਲੇ, ਕੋਈ ਵਿਰੋਧ ਨਹੀਂ ਦਰਜ ਕਰਾਇਆ, ਕੋਈ ਮੀਟਿੰਗਾਂ ਨਹੀਂ ਕੀਤੀਆਂ, ਕੋਈ ਕੋਰਟ ਨਹੀਂ ਗਏ। ਅੱਜ ਕਹਿ ਰਹੇ ਆ ਕਿ ਅਸੀਂ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਨਹੀਂ ਦੇਵਾਂਗੇ। ਪਹਿਲਾਂ ਕੋਈ ਚੁੱਪ ਸੀਗੇ, ਤੇ ਨਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਨਹੀਂ ਕਿਹਾ ਉਦੋਂ ਸਾਨੂੰ ਵੀ ਜੀ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਜਾਵੇ। ਇਹ ਚੀਜ਼ਾਂ ਕਰਕੇ ਨਾ ਫਿਰ ਉਹ ਦੇਖ ਲਓ BBMP ਦਾ ਇਸ਼ੂ, ਸਿਟਕੋ ਦਾ ਇਸ਼ੂ, ਸੈਂਟਰਲ ਸਰਵਿਸ ਰੂਲ ਦਾ ਇਸ਼ੂ। ਠੀਕ ਹੈ, ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਤੁਹਾਡਾ ਪੁਆਇੰਟ ਆ ਗਿਆ ਜਿੰਨਾ ਮੈਂ ਸਮਝ ਪਾ ਰਿਹਾ। ਇੱਕ ਛੋਟਾ ਜਿਹਾ ਜਵਾਬ ਦੇ ਦਿਓ ਖੜਿਆਲ ਸਾਹਿਬ ਇੱਕ ਪੁਆਇੰਟ ਦਾ। ਤੁਸੀਂ SYL ਤੇ ਸਟੈਂਡ ਦਾ ਜ਼ਿਕਰ ਕਰਦੇ ਹੋ, ਪਰ ਗੱਲ ਬਾਰ-ਬਾਰ ਤੁਹਾਨੂੰ ਇਨਫੈਕਟ ਆਮ ਆਦਮੀ ਪਾਰਟੀ ਕਰਦੀ ਹੈ ਸਵਾਲ ਕਿ ਜਿਨ੍ਹਾਂ ਦੀ ਵੀ ਹਾਈ ਕਮਾਂਡ ਦਿੱਲੀ ਦੇ ਵਿੱਚ ਹੈ, ਸਭ ਦੇ ਸਟੈਂਡ ਇੱਕ ਵੱਖਰੇ ਤਰੀਕੇ ਨਾਲ ਹਰ ਸਟੇਟ ਦੇ ਵਿੱਚ ਨਜ਼ਰ ਆਉਂਦੇ ਨੇ। ਦੇਖੋ ਗੌਰਵ ਜੀ, ਐਂ ਗੱਲ ਕਿ ਇਹ ਮੁੱਦਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ, ਤੇ ਸਭ ਨੂੰ ਪਤਾ ਹੈ ਵੀ ਦਿੱਲੀ ਦੀ ਹਾਈ ਕਮਾਂਡ ਕਿੰਨੀ ਜ਼ਿਆਦਾ ਇਨਵੋਲਵਡ ਹੈ ਪੰਜਾਬ ਦੀ ਗਵਰਨੈਂਸ ਦੇ ਵਿੱਚ, ਕਿਵੇਂ ਸੁਪਰਵਿਜ਼ਨ ਹੁੰਦੀ ਹੈ, ਕਿਵੇਂ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਚੀਜ਼ ਨੂੰ ਬਰੀਕੀ ਨਾਲ ਮੋਨੀਟਰ ਕਰਦੀ ਹੈ ਦਿੱਲੀ ਤੋਂ। ਠੀਕ ਹੈ, ਗੌਰਵ ਦੀ ਪ੍ਰੋਬਲਮ ਇਹ ਹੈ ਕਿ ਸੁਪਰੀਮੋ ਸਾਹਿਬ ਦੀ ਚੱਲਦੀ ਹੈ। ਸੁਪਰੀਮੋ ਮਤਲਬ ਤੁਸੀਂ ਇਲਜ਼ਾਮ ਇਹ ਲਗਾ ਰਹੇ ਹੋ ਕਿ ਸੁਪਰਵਿਜ਼ਨ ਜ਼ਿਆਦਾ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਇਸ ਕਰਕੇ ਉਹਨਾਂ ਦੇ ਜਿਹੜੀ ਜਵਾਬਦੇਹੀ ਜ਼ਿਆਦਾ ਬਣ ਰਹੀ ਹੈ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ ਇੱਕ ਵਾਰ। ਸਾਡੀ ਹਾਈ ਕਮਾਂਡ ਨੇ ਕਦੇ SYL ਤੇ ਆਪਣਾ ਇੰਟਰਫੇਰੈਂਸ ਨਹੀਂ ਕੀਤੀ, ਇਹਨਾਂ ਦੀ ਹਾਈ ਕਮਾਂਡ ਨੂੰ ਇੰਟਰਫੇਅਰ ਕਰਨ ਦੀ ਲੋੜ ਸੀ। ਠੀਕ ਹੈ, ਚਲੋ ਆਪਾਂ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਗਰੇਵਾਲ ਸਾਹਿਬ ਸਾਡੇ ਨਾਲ ਕੁਝ ਹੀ ਪਲਾਂ ਜੁੜ ਜਾਣਗੇ। ਹਰਿਆਣੇ ਇਲੈਕਸ਼ਨ ਆਉਣੇ ਗੌਰਵ ਜੀ, ਜੀ ਜੀ, ਤਾਂ ਕਰਕੇ ਹੋ ਸਕਦਾ ਕਿ ਸਾਡਾ ਹੱਕ ਹੀ ਛੱਡ ਦੇ ਇਹ। ਤੇ ਮੈਂ
ਕਹੂੰਗਾ ਇਹ ਕੇਜਰੀਵਾਲ ਸਾਹਿਬ ਦੇ ਬਿਆਨ ਨੂੰ ਕੰਡੈਮ ਕਰਨ ਇੱਥੇ ਜੇ ਵਾਕਈ ਕਹਿੰਦੇ ਪੰਜਾਬ ਦਾ ਹੱਕ ਹੈ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ। ਸਾਡੇ ਨਾਲ ਭੁੱਲਰ ਸਾਹਿਬ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਹਰਜੀਤ ਭੁੱਲਰ ਜੀ, ਲੱਗ ਰਿਹਾ ਕਿ ਮਜ਼ਬੂਤੀ ਦੇ ਨਾਲ ਪੱਖ ਰੱਖਿਆ ਗਿਆ ਅੰਮ੍ਰਿਤਸਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਦੇ ਵੱਲੋਂ। ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਅਗਰ ਕਿਸੇ ਨੇ ਕਦੀ ਮਗਰਮੱਛੀ ਅਥਰੂ ਬਣਾਉਂਦਾ ਹੋਇਆ ਜੀ ਕੋਈ ਇਨਸਾਨ ਨਹੀਂ ਦੇਖਿਆ ਤੇ ਅੱਜ ਉਹ ਲਾਈਵ ਦੇਖਣ ਵਾਲਾ ਸੀਗਾ ਉਹ ਸਟੇਜ ਦੇ ਉੱਤੇ। ਜਦੋਂ ਲੋੜ ਸੀ ਉਦੋਂ ਤੇ ਤੁਸੀਂ ਜਾ ਕੇ ਕੇਜਰੀਵਾਲ ਦੀ ਚੱਕਰੀ ਕਰਦੇ ਰਹੇ ਹੋ, ਹੈਲੀਕਾਪਟਰ ਲੈ ਕੇ ਉਹਨੂੰ ਸਾਰਾ ਦੇਸ਼ ਘੁਮਾਉਂਦੇ ਰਹੇ ਹੋ। ਜਿੱਦਣ ਲੋੜ ਸੀਗੀ ਤੁਸੀਂ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬਹਿੰਦੇ ਰਹੇ ਹੋ। ਤੇ ਅੱਜ ਮਗਰਮੱਛੀ ਅਥਰੂ ਵਗਾਉਣ ਲੱਗ ਗਏ ਤੁਸੀਂ ਉੱਥੇ। ਅੱਜ ਤੁਸੀਂ ਇਹ ਦੱਸਣ ਲੱਗੇ ਵੀ ਪੀਓਯੂ ਦਾ ਮਾਮਲਾ ਹੈ ਜੀ, ਅੱਜ ਜੀ ਸਾਡਾ ਆਰਡੀਐਫ ਦਾ ਪੈਸਾ ਰੁਕਿਆ ਹੋਇਆ ਜੀ, ਅੱਜ ਜੀ ਫਲਾਣਾ ਕੰਮ ਸਾਡਾ ਰੁਕਿਆ ਹੋਇਆ ਜੀ, ਸਾਨੂੰ ਅੱਜ ਮੁਆਵਜ਼ਾ ਨਹੀਂ ਮਿਲਿਆ ਜੀ। ਤੇ ਇਹ ਦੱਸੋ ਵੀ ਦਿੱਲੀ ਉਹਦੇ ਵਾਸਤੇ ਕੀ ਦੂਰ ਹੈ ਜਿਹੜਾ ਹਰ ਹਫਤੇ ਦੇ ਵਿੱਚ 6 ਦਿਨ ਦਿੱਲੀ ਦੇ ਵਿੱਚ ਦਿੱਲੀ ਦੇ ਸੁਪਰੀਮੋ ਜਿਹੜੇ ਇਹਨਾਂ ਦੇ ਨੇ ਉਹਨਾਂ ਦੇ ਜਿਹੜਾ ਹੈਗਾ ਚੱਕਰੀ ਉੱਤੇ ਲੱਗਿਆ ਰਿਹਾ ਹੋਵੇ। ਤੇ ਉੱਥੇ ਨਾਲ ਹੀ ਸਾਰੇ ਮੰਤਰੀ ਵੀ ਬਹਿੰਦੇ ਨੇ, ਉੱਥੇ ਨਾਲ ਹੀ ਸਾਰਾ ਪ੍ਰਧਾਨ ਮੰਤਰੀ ਜੀ ਬੰਦੇ ਆ, ਹੋਮ ਮਿਨਿਸਟਰ ਵੀ ਬੰਦੇ ਆ, ਕ੍ਰਿਸ਼ੀ ਮੰਤਰੀ ਬੰਦੇ ਆ। ਕਦੀ ਉਹ ਸਮਾਂ ਕੱਢ ਕੇ ਮਾੜਾ ਜਿਹਾ ਕਿਤੇ ਉਹਨਾਂ ਨੂੰ ਮਿਲਲੇ ਹੁੰਦੇ ਤੇ ਇਹ ਮਾਮਲੇ ਹੱਲ ਹੋ ਗਏ ਹੁੰਦੇ। ਕਿਉਂਕਿ ਆਪਾਂ ਤੇ ਹਮੇਸ਼ਾ ਹੀ ਤਲਖੀ ਵਾਲੇ ਉੱਚ ਰਹੇ ਆ ਕਿ ਜੇ ਚੰਡੀਗੜ੍ਹ ਦਾ ਮਸਲਾ ਆਇਆ ਤੇ ਤੁਸੀਂ ਕਹਿੰਦੇ ਵਿਧਾਨ ਸਭਾ ਸਾਨੂੰ ਵੀ ਦੇ ਦਿਓ ਜੀ, ਅਸੀਂ ਆਪਣੀ ਅੱਡ ਬਣਾ ਲਾਂਗੇ। ਜੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਆਇਆ ਤੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਵੀ ਤੁਸੀਂ ਜਾ ਕੇ ਮੀਟਿੰਗ 'ਚ ਬਹਿ ਕੇ ਤੁਹਾਨੂੰ ਮੀਟਿੰਗ ਜਾਣਾ ਹੀ ਨਹੀਂ ਚਾਹੀਦਾ ਸੀਗਾ, ਤੁਹਾਨੂੰ ਸਟੈਂਡ ਲੈਣਾ ਚਾਹੀਦਾ ਸੀ। ਕਾਹਦੀ ਮੀਟਿੰਗ? ਨਹੀਂ, ਤੁਹਾਨੂੰ ਲੱਗਦਾ ਦਿੱਲੀ ਜਾ ਕੇ ਕਿਹੜਾ ਮਸਲਾ ਹੱਲ ਹੋ ਸਕਦਾ ਸੀਗਾ? ਤੁਸੀਂ ਜਾ ਕੇ ਉੱਥੇ ਨਹੀਂ, ਇੱਕ ਸੈਕਿੰਡ ਭੁੱਲਰ ਜੀ, ਤੁਸੀਂ ਕਲੀਅਰ ਕਰ ਦਿਓ ਕਿ ਕਿਹੜਾ ਮਸਲਾ ਤੁਹਾਨੂੰ ਲੱਗਦਾ ਕਿ ਦਿੱਲੀ ਜਾ ਕੇ ਹੱਲ ਹੋ ਜਾਣਾ ਸੀ? ਮੁਆਵਜ਼ਾ ਦੇਣ ਦੀ ਗੱਲ ਹੈ ਜੀ, ਜਿਹੜਾ ਲੋਕਾਂ ਨੂੰ ਗੜੇ ਮਾਰਦਾ ਮੁਆਵਜ਼ਾ, ਜਿਹੜੀ ਸੁੰਡੀ ਦਾ ਮਾਮਲਾ ਜਿਹੜਾ ਕਪਾਹ ਨੂੰ ਲੱਗੀ, ਜਿਹੜਾ ਤੁਹਾਡਾ ਆ ਹਾਰ ਆਏ ਨੇ 3 ਵਾਰੀ ਹੜ ਆ ਗਏ, ਉਹਨਾਂ ਦਾ ਜਿਹੜਾ ਮੁਆਵਜ਼ਾ ਸੀਗਾ, ਜੇ ਬਾਕੀ ਸਟੇਟਾਂ ਦੇ ਮੁੱਖ ਮੰਤਰੀ ਜਾ ਕੇ ਉੱਥੇ ਜਾ ਕੇ ਸੋਲਵ ਕਰਕੇ ਹੁਣ ਟੇਬਲ ਬੈਠ ਕੇ ਮੁਆਵਜ਼ਾ ਲੈ ਕੇ ਆ ਸਕਦੇ ਆ ਤੇ ਭਗਵੰਤ ਮਾਨ ਦੇ ਸਾਹਿਬ ਦੇ ਪੈਰਾਂ ਨੂੰ ਮਹਿੰਦੀ ਤੇ ਨਹੀਂ ਲੱਗੀ ਸੀ, ਇਹ ਵੀ ਜਾ ਸਕਦੇ ਸੀ। ਠੀਕ ਹੈ, ਇਹ ਵੀ ਜਾ ਕੇ ਉੱਥੇ ਗੱਲ ਕਰ ਸਕਦੇ ਸੀਗੇ। ਲੇਕਿਨ ਇਹ ਤੇ ਸਟੇਜਾਂ ਤੇ ਖੜ ਕੇ ਪੱਟਾਂ ਨੂੰ ਥਾਪੀਆਂ ਮਾਰ ਕੇ ਕਹਿੰਦੇ ਰਹੇ ਸਾਨੂੰ ਲੋੜ ਹੀ ਨਹੀਂ, ਸਾਡੇ ਕੋਲ ਪੈਸਾ ਹੀ ਵਾਧੂ ਹੈ, ਪੈਸੇ ਦੀ ਕੋਈ ਕਮੀ ਨਹੀਂ ਸਾਨੂੰ, ਕੋਈ ਕਮੀ ਨਹੀਂ ਸਾਨੂੰ। ਲੇਕਿਨ ਅੱਜ ਜਿਹੜੇ ਅਥਰੂ ਉੱਥੇ ਵਗਾਏ ਗਏ ਆ ਕਿ ਇਹ ਮਗਰਮੱਛੀ ਅਥਰੂਆਂ ਤੋਂ ਵੱਧ ਨਹੀਂ ਸੀਗੇ ਉਹ। ਕਿਉਂਕਿ ਅੱਜ ਤੋਂ ਬਾਅਦ ਦੇ ਵਿੱਚ ਸਰਦਾਰ ਭਗਵੰਤ ਮਾਨ ਨੇ ਫੇਰ ਉਹੀ ਕੰਮ ਕਰਨਾ ਹੈ ਜਿਹੜਾ ਅੱਜ ਤੋਂ 1.5 ਸਾਲ ਪਹਿਲਾਂ ਤੱਕ ਜਿਹੜਾ 1.5 ਸਾਲ ਚ ਕੀਤਾ ਹੈ। ਇਹ ਚ ਕੋਈ ਫਰਕ ਨਹੀਂ ਹੋਣਾ ਕਿ ਹਾਂ ਵੀ ਉਹ ਕੋਈ ਰਾਬਤਾ ਬਣਾ ਕੇ ਗਵਰਨਰ ਸਾਹਿਬ ਨਾਲ ਜਾਂ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਰਾਬਤਾ ਬਣਾ ਕੇ ਇੱਕ ਮਸ਼ਹੂਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਸਤੇ, ਚਾਹੇ ਉਹ ਕਾਂਗਰਸ ਸਰਕਾਰ ਸੀ, ਚਾਹੇ ਉਹ ਵਾਜਪਾਈ ਸਾਹਿਬ ਦੀ ਸਰਕਾਰ ਸੀ, ਚਾਹੇ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਗੁਜਰਾਲ ਸਾਹਿਬ ਦੀ ਸਰਕਾਰ ਸੀ। ਉਹ ਇੱਕ ਫੁੱਲਾਂ ਦਾ ਗੁਲਦਸਤਾ ਲੈ ਕੇ ਜਾਂਦੇ ਸੀ 200 ਰੁਪਏ ਵਾਲਾ ਤੇ 200 ਕਰੋੜ ਰੁਪਏ ਲੈ ਆਉਂਦੇ ਹੁੰਦੇ ਸੀਗੇ। ਲੇਕਿਨ ਇਹ ਤੇ 200 ਕਰੋੜ ਦੇ ਕੀ ਲੈ ਕੇ ਆਉਣਾ ਹੈ? ਇਹ ਤੇ ਸਿਰਫ ਔਰ ਸਿਰਫ ਇਸ਼ਤਿਹਾਰਬਾਜ਼ੀ ਤੋਂ ਸਿਵਾਏ, ਕੇਜਰੀਵਾਲ ਦੀ ਚਾਕਰੀ ਤੋਂ ਸਿਵਾਏ ਹੋਰ ਕੁਝ ਨਹੀਂ ਸੁਣਦਾ ਹੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਇਨ ਬਿਟਵੀਨ ਸਾਡੇ ਨਾਲ ਗਰੇਵਾਲ ਸਾਹਿਬ, ਉਮੀਦ ਹੈ ਕਿ ਹੁਣ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਗਰੇਵਾਲ ਸਾਹਿਬ ਜੁੜ ਗਿਆ? ਠੀਕ ਹੈ, ਮੇਰੀ ਆਵਾਜ਼ ਆ ਰਹੀ ਹੈ ਗਰੇਵਾਲ ਸਾਹਿਬ ਤੁਹਾਡੇ ਤੱਕ? ਤੁਹਾਡੀ ਆਵਾਜ਼ ਪੂਰੀ ਆ ਰਹੀ, ਮੈਂ ਫੋਨੋਂ ਤੇ ਆ, ਮੈਨੂੰ ਕੱਲੇ ਤਿੰਨਾਂ ਤੋਂ ਕਿਸੇ ਦਾ ਕੋਈ ਰਿਐਕਸ਼ਨ ਨਹੀਂ। ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸ ਦਾਂਗਾ ਮੋٹے ਪੁਆਇੰਟਸ ਉਹਨਾਂ ਨੇ ਕਿਹੜੇ ਦੱਸੇ ਆ। ਗਰੇਵਾਲ ਸਾਹਿਬ ਥੋੜੀ ਵੇਟ ਤੁਸੀਂ ਪਲੀਜ਼ ਹੋਰ ਕਰ ਲਿਓ। ਆਪਾਂ ਜਿਹੜੇ ਬੀਜੇਪੀ ਦੇ ਸਾਡੇ ਨਾਲ ਨੁਮਾਇੰਦੇ ਜੁੜੇ ਨੇ ਉਹਨਾਂ ਦਾ ਵੀ ਇੱਕ ਰਿਐਕਸ਼ਨ ਲੈ ਲਈਏ, ਫਿਰ ਤੁਸੀਂ ਇਕੱਠੇ ਰਿਐਕਟ ਕਰਿਓ। ਹੋਪਫੁਲੀ ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਜ਼ਰੂਰ ਪਹੁੰਚੇਗੀ। ਸਾਡੇ ਨਾਲ ਨਾਰੰਗ ਸਾਹਿਬ ਜੁੜੇ ਹੋਏ ਨੇ ਬੀਜੇਪੀ ਤੋਂ। ਨਾਰੰਗ ਸਾਹਿਬ, ਬਹੁਤ ਸਾਰੇ ਇਸ਼ੂਜ਼ ਅਜਿਹੇ ਨੇ ਜਿਹੜੇ ਸੈਂਟਰ ਤੇ ਸਟੇਟ ਦੇ ਵਿਚਾਲੇ, ਪੰਜਾਬ ਦੇ ਵਿਚਾਲੇ ਇਸ ਸਮੇਂ ਰੇੜਕੇ ਦੀ ਵਜ੍ਹਾ ਬਣੇ ਹੋਏ ਨੇ, ਔਰ ਕੁਝ ਇਸ਼ੂਜ਼ ਅਜਿਹੇ ਵੀ ਨੇ ਜੋ ਗੁਆਂਢੀ ਸੂਬਿਆਂ ਦੇ ਨਾਲ ਰੇੜਕੇ ਦੀ ਵਜ੍ਹਾ ਬਣੇ ਹੋਏ ਨੇ, ਔਰ ਉਹਨਾਂ ਦੇ ਵਿੱਚ ਹਰਿਆਣਾ ਦੇ ਨਾਲ ਵੀ ਨੇ ਜਿੱਥੇ ਬੀਜੇਪੀ ਦੀ ਸਰਕਾਰ ਹੈ, ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ। ਸਮੇਂ ਦੇ ਉੱਤੇ ਗੱਲ ਹੁੰਦੀ ਰਹੀ ਹੈ ਕਿ ਜਾ ਕੇ ਸੈਂਟਰ ਸਾਹਮਣੇ ਮੁੱਦਾ ਚੁੱਕੋ, ਸੈਂਟਰ ਸਾਹਮਣੇ ਮੁੱਦਾ ਚੁੱਕੋ। ਤੁਹਾਨੂੰ ਲੱਗਦਾ ਹੈ ਕਿ ਅੱਜ ਮੁੱਦੇ ਚੁੱਕ ਦਿੱਤੇ ਗਏ ਤੇ ਇਹਨਾਂ ਦਾ ਹੱਲ ਹੁਣ ਹੋ ਸਕਦਾ ਹੈ? ਡਾਇਰੈਕਟਲੀ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਚੁੱਕੇ ਗਏ ਨੇ। ਐਸਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਔਰ ਸ਼੍ਰੀਮਾਨ ਅਮਿਤ ਸ਼ਾਹ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਜ਼ੋਨਲ ਕਾਨਫਰੰਸ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚੁਣਿਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਪੰਜਾਬ ਔਰ ਪੰਜਾਬ ਦੇ ਵਿਰਸੇ ਨੂੰ ਲੈ ਕੇ ਕਿੰਨੀ ਜ਼ਿਆਦਾ ਗੰਭੀਰ ਹੈ। ਹੁਣ ਆਪਾਂ ਇਹ ਦੇਖੀਏ ਕਿ ਉੱਥੇ ਜਿਹੜੀ ਜ਼ੋਨਲ ਕਾਨਫਰੰਸ ਸੀਗੀ, ਉਹ ਜ਼ੋਨਲ ਕਾਨਫਰੰਸ ਕੁਝ ਮੁੱਦਿਆਂ ਤੇ ਸੀਗੀ ਜਿਹੜੇ ਇੰਟਰ ਸਟੇਟਸ ਮੁੱਦੇ ਨੇ। ਉਹਦੇ ਵਿੱਚ ਮੈਨੂੰ ਨਹੀਂ ਪਤਾ ਜਿਹੜੇ ਮੁੱਦੇ ਇਹਨਾਂ ਨੇ ਅੱਜ ਕਹੇ ਨੇ ਉਹ ਏਜੰਡੇ ਦਾ ਪਾਰਟ ਸੀਗੇ ਜਾਂ ਨਹੀਂ ਸੀਗੇ, ਕਿਉਂਕਿ ਕੇਜਰੀਵਾਲ ਸਾਹਿਬ ਤਾਂ ਕੁਝ ਵੀ ਬੋਲ ਦਿੰਦੇ ਨੇ, ਭਗਵੰਤ ਮਾਨ ਵੀ ਕੁਝ ਬੋਲ ਦਿੰਦੇ ਨੇ। ਇਹਨਾਂ ਦੀ ਗੱਲਾਂ ਦਾ ਕੋਈ ਸੱਚਾਈ ਦਾ ਤਾਲੁਕ ਵਾਸਤਾ ਨੇੜੇ ਤੱਕ ਨਹੀਂ ਹੁੰਦਾ। ਹੁਣ ਆਪਾਂ ਦੇਖਣ ਵਾਲੀ ਗੱਲ ਇਹ ਹੈ ਕਿ ਦੇਖੋ ਪਿਛਲੇ 9 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਸਾਰਾ ਇਨਫਰਾਸਟਰਕਚਰ ਡਿਵੈਲਪ ਕੀਤਾ ਗਿਆ, ਨੈਸ਼ਨਲ ਹਾਈਵੇਜ਼ ਬਣਾਏ ਗਏ ਨੇ, ਉਹਨਾਂ ਤੇ ਕਰੋੜਾਂ ਰੁਪਇਆ ਲੱਗਿਆ।
ਆਪਾਂ ਵੰਦੇ ਭਾਰਤ ਟ੍ਰੇਨਸ ਚਲਾਈਆਂ ਨੇ, ਉਹਨਾਂ ਤੇ ਲੱਗੇ ਨੇ, ਰੇਲਵੇ ਸਟੇਸ਼ਨ ਮਾਡਰਨਾਈਜ਼ ਕੀਤੇ ਜਾ ਰਹੇ ਨੇ, ਪੀਜੀਆਈ ਦੇ ਸੈਟੇਲਾਈਟ ਸੈਂਟਰ ਖੁੱਲ ਗਏ ਨੇ। ਤੇ ਜੇ ਆਪਾਂ ਇਹਨੂੰ ਸਾਰੇ ਨੂੰ ਮੋਟਾ-ਮੋਟਾ ਗਿਣ ਕੇ ਦੇਖੀਏ ਤਾਂ ਕਈ ਹਜ਼ਾਰ ਕਰੋੜ ਰੁਪਇਆ ਪੰਜਾਬ ਦੀ ਡਿਵੈਲਪਮੈਂਟ ਤੇ ਲੱਗ ਗਿਆ, ਜਿਸ ਤੋਂ ਇੱਕ ਗੱਲ ਤਾਂ ਕਲੀਅਰ ਹੈ ਕਿ ਜੇ ਪੰਜਾਬ ਨੂੰ ਲੈ ਕੇ ਕੋਈ ਗੰਭੀਰ ਹੈ ਤਾਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜਾ ਤੁਸੀਂ ਅੱਜ ਗੱਲ ਕੀਤੀ ਆ, ਦੇਖੋ ਬਾਕੀ ਤਾਂ ਦੋਨੋਂ ਪੈਨਲਿਸਟ ਨੇ ਜਵਾਬ ਦੇ ਦਿੱਤਾ, ਮੈਂ ਉਹਨਾਂ ਤੋਂ ਕੋਈ ਵੱਖਰੀ ਲਾਈਨ ਨਹੀਂ ਰੱਖਦਾ, ਪਰ ਆਪਾਂ ਨੂੰ ਇਸ ਵੇਲੇ ਇਹ ਦੇਖਣਾ ਚਾਹੀਦਾ ਕਿ ਇਸ ਵੇਲੇ ਸਟੇਟ ਦੇ ਮੁੱਦੇ ਕਿਹੜੇ ਨੇ। ਇੱਕ ਕੱਲ ਆਪਣਾ ਮਨਪ੍ਰੀਤ ਸਿੰਘ ਬਾਦਲ ਦੇ ਘਰ ਕੋਈ FIR ਦਰਜ ਹੋ ਗਈ ਤਾਂ ਮੁੱਖ ਮੰਤਰੀ ਸਾਹਿਬ ਐਕਸ ਤੇ ਟਵੀਟ ਕਰਨ ਆ ਗਏ, ਜਦਕਿ ਮੁੱਖ ਮੰਤਰੀ ਸਾਹਿਬ ਦਾ ਬਣਦਾ ਨਹੀਂ ਆ। ਔਰ ਤੁਸੀਂ ਦੇਖੋ ਕਿ ਇੱਕ ਵਕੀਲ ਤੇ ਪੁਲਿਸ ਵਾਲਿਆਂ ਨੇ SP ਰੈਂਕ ਤੱਕ ਦੇ ਅਫਸਰਾਂ ਨੇ ਮਿਲ ਕੇ ਅਨੈਤਿਕ ਕੰਮ ਹਵਾਲਾ 'ਚ ਕੀਤਾ। ਮੈਂ ਇਸ ਤੋਂ ਜ਼ਿਆਦਾ ਸ਼ੇਮ ਵਾਲਾ ਵਰਡ ਨਹੀਂ ਯੂਜ਼ ਕਰ ਸਕਦਾ, ਪਬਲਿਕ ਡੋਮੇਨ 'ਚ ਸਭ ਨੂੰ ਪਤਾ ਆ। ਔਰ 2 ਦਿਨ ਹੋ ਗਏ ਨੇ ਸਾਰੇ ਪੰਜਾਬ ਹਰਿਆਣਾ ਦੇ ਵਕੀਲ ਹੜਤਾਲ ਤੇ ਨੇ, ਪਰ ਮੁੱਖ ਮੰਤਰੀ ਸਾਹਿਬ ਕੋ ਮੂੰਹ 'ਚੋਂ ਇੱਕ ਅੱਖਰ ਵੀ ਨਹੀਂ ਨਿਕਲਿਆ। ਇਹ ਤਾਂ ਇਸ ਮੁੱਖ ਮੰਤਰੀ ਦੀ ਸੰਜੀਦਗੀ ਆ। ਹੁਣ ਆ ਜਾਂਦੇ ਆਪਾਂ ਪਾਣੀ ਵਾਲੀ ਗੱਲ ਤੇ। ਪਾਣੀ ਵਾਲੀ ਗੱਲ ਤੇ ਦੇਖੋ ਇਹ ਹੈ ਕਿ ਗੌਰਵ ਜੀ, ਪਾਣੀ ਤੇ ਚੰਡੀਗੜ੍ਹ ਦਾ ਜਿਹੜਾ ਪਾਣੀ ਆਪਣਾ ਪੰਜਾਬ ਦਾ ਹੱਕ ਆ, ਹਰਿਆਣੇ ਦਾ ਕੋਈ ਹੱਕ ਨਹੀਂ ਆ, ਪਰ ਇਹ ਮੈਟਰ ਸਬ ਜੁਡਿਸ ਆ, ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਹੁਣ ਜੋ ਅੱਜ ਭਗਵੰਤ ਮਾਨ ਜੀ ਨੇ ਸਮਾਰਟਲੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਇਹ ਨਹੀਂ ਕਿਹਾ, ਉਹ ਕਹਿੰਦੇ ਜੀ ਇਹਦਾ ਹੱਲ ਕਰ ਦਿਓ। ਹੱਲ ਕਰਨ ਚੋਂ ਕੀ ਚਾਹੁੰਦੇ ਨੇ? ਹੱਲ ਕਰਨ ਚੋਂ ਇਹ ਚਾਹੁੰਦੇ ਨੇ ਕਿ ਕੁਛ ਨਾ ਕੁਛ ਹਿੱਸਾ ਇਹਦਾ ਹਰਿਆਣੇ ਨੂੰ ਮਿਲ ਜਾਏ ਤਾਂ ਕਿ ਉਹ ਆਪਣੇ ਆਕਾ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਨੂੰ ਖੁਸ਼ ਕਰ ਸਕਣ। ਪਰ ਜਿੱਥੇ ਤੱਕ ਭਾਰਤੀ ਜਨਤਾ ਪਾਰਟੀ ਦਾ ਪ੍ਰਸ਼ਨ ਆ, ਪੰਜਾਬੀਆਂ ਦਾ ਪ੍ਰਸ਼ਨ ਆ, ਸਾਡਾ ਬਿਲਕੁਲ ਕਲੀਅਰ ਸਟੈਂਡ ਹੈ ਕਿ ਚੰਡੀਗੜ੍ਹ ਵੀ ਪੰਜਾਬ ਦਾ ਹੈ, ਪਾਣੀ ਵੀ ਪੰਜਾਬ ਦਾ, ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ। ਨਾਰੰਗ ਸਾਹਿਬ, ਤੁਹਾਨੂੰ ਲੱਗਦਾ ਕਿ ਅੱਜ ਜੋ ਮੁੱਦਾ ਚੁੱਕਿਆ ਗਿਆ ਉਹ ਇਸ ਪਾਸੇ ਇਸ਼ਾਰਾ ਕਰ ਰਿਹਾ ਕਿ ਪੰਜਾਬ ਦਾ ਪਾਣੀ ਦੇ ਦਿੱਤਾ ਜਾਏਗਾ? ਦੇਖੋ ਮੈਂ ਕਹਿੰਦਾ ਤੁਸੀਂ ਭਗਵੰਤ ਮਾਨ ਦੇ ਕਹਿਣ ਔਰ ਸੁਣਨ ਤੇ ਵਿਸ਼ਵਾਸ ਹੀ ਨਾ ਕਰੋ। ਭਗਵੰਤ ਮਾਨ ਦਾ ਕੋਈ ਭਰੋਸਾ ਨਹੀਂ ਆ ਕਦੋਂ ਜਾ ਕੇ ਕਿੱਥੇ ਸਾਈਨ ਕਰਦੇ। ਬੇਸਿਕਲੀ ਮੈਂ ਸਮਝਣਾ ਚਾਹ ਰਿਹਾ, ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਕਿਸ ਐਂਗਲ ਤੋਂ ਕਹਿ ਰਹੇ ਹੋ ਕਿ ਹਰਿਆਣਾ ਨੂੰ ਪਾਣੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜੀ ਹੁਣ ਤੱਕ ਜਾਣਕਾਰੀ ਹੈ, CM ਸਪਸ਼ਟ ਕਹਿ ਰਹੇ ਨੇ ਕਿ SYL ਤਾਂ ਬਣ ਹੀ ਨਹੀਂ ਸਕਦੀ ਪੰਜਾਬ 'ਚ। ਗੌਰਵ ਜੀ, ਦਿੱਕਤ ਇਹ ਆ ਕਿ ਆਪਾਂ ਸਭ ਨੂੰ ਪਤਾ ਵਾ ਕਿ ਪੰਜਾਬ ਨੂੰ ਰਾਘਵ ਚੱਡਾ ਔਰ ਅਰਵਿੰਦ ਕੇਜਰੀਵਾਲ ਜੀ ਚਲਾ ਰਹੇ ਨੇ। ਭਗਵੰਤ ਮਾਨ ਤਾਂ ਉਹਨਾਂ ਨੇ ਵੈਸੇ ਇੱਕ ਚਿਹਰਾ ਰੱਖਿਆ ਹੋਇਆ ਵੀ ਚਲੋ ਕਿਸੇ ਨੂੰ ਤਾਂ ਮੁੱਖ ਮੰਤਰੀ ਬਣਾਉਣਾ ਹੀ ਸੀਗਾ ਨਾ, ਜਿਹੜਾ ਸਾਰੀ ਸਰਕਾਰ ਉੱਥੋਂ ਚੱਲ ਰਹੀ ਆ। ਔਰ ਉਹ ਜਿਹੜੇ 2 ਲੋਕ ਨੇ ਉਹਨਾਂ ਦਾ ਪੰਜਾਬ ਔਰ ਪੰਜਾਬੀਅਤ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਆ। ਉਹ ਸੱਤਾ ਦੇ ਲਾਲਚੀ ਲੋਕ ਨੇ, ਉਹਨਾਂ ਨੇ ਰਾਜਸਥਾਨ 'ਚ ਜਾ ਕੇ ਕੋਈ ਹੋਰ ਕਮਿਟਮੈਂਟ ਕਰਨੀ ਆ, ਹਰਿਆਣਾ 'ਚ ਜਾ ਕੇ ਕੋਈ ਹੋਰ ਕਮਿਟਮੈਂਟ ਕਰਨੀ ਆ, ਔਰ ਭਗਵੰਤ ਮਾਨ ਸਾਹਿਬ ਦੀ ਮਜਬੂਰੀ ਬਣ ਜਾਣੀ ਆ। ਜਿਵੇਂ ਤੁਹਾਨੂੰ ਭੁੱਲਰ ਸਾਹਿਬ ਨੇ ਦੱਸਿਆ ਕਿ ਜਦੋਂ ਹੁਣ ਹਰਿਆਣਾ ਦੀ ਵਿਧਾਨ ਸਭਾ ਬਣਨ ਨਹੀਂ ਆ ਗਈ, ਉਹਨੇ ਵਿਰੋਧ ਕਰਨ ਚਲੇ ਗਏ। ਤੇ ਇਹ ਕੁਝ ਐਸੇ ਗੱਲਾਂ ਨੇ ਜਿਹੜਾ ਕਿ ਪੰਜਾਬੀ ਨੂੰ ਸਮਝਣ ਦੀ ਲੋੜ ਹੈ। ਉਹ ਦੇਖੋ, ਚਾਹੇ ਤੁਸੀਂ ਕਿਸੇ ਮੂਲ ਪੰਜਾਬੀ ਨੂੰ ਪੁੱਛੋ ਨਾ, ਉਹ ਇਹਨਾਂ ਨੂੰ ਵੋਟਾਂ ਪਾ ਕੇ ਪਛਤਾ ਰਿਹਾ ਕਿ ਅਸੀਂ ਕਿਹੜੀ ਗਲਤੀ ਕਰ ਲਈ। ਠੀਕ ਹੈ, ਦੇਖੋ ਮੈਂ ਇਸੇ ਕਰਕੇ ਤੁਹਾਨੂੰ ਵਾਰ-ਵਾਰ ਪੁੱਛ ਰਿਹਾ ਸੀਗਾ। ਮੈਂ ਹੁਣ ਗਰੇਵਾਲ ਸਾਹਿਬ ਦਾ ਰੁਖ ਕਰਾਂਗਾ ਗੌਰਵ ਜੀ ਕਿ ਸਪਸ਼ਟ ਸ਼ਬਦਾਂ ਦੇ ਸਮਝਾ ਦਿਓ ਕਿ ਹਾਂ ਤੁਹਾਨੂੰ ਇਸ ਕਰਕੇ ਲੱਗ ਰਿਹਾ ਕਿ ਅੱਜ ਦੀ ਸਟੇਟਮੈਂਟ ਤੋਂ ਬਾਅਦ ਕਿ ਇਹ ਦੇ ਦੇਣਾ ਹੋਰ ਜੀ ਪਲੀਜ਼ ਤੁਸੀਂ 10 ਸੈਕਿੰਡ ਲੈ ਲਓ, ਕੋਈ ਦਿੱਕਤ ਨਹੀਂ ਹੈ, ਪਰ ਥੋੜਾ ਜਿਹਾ ਕਲੀਅਰ ਕਰ ਦਿਓ ਕਿ ਸ਼ਾਇਦ ਜਿਹੜੀ ਗੱਲ ਨੂੰ ਤੁਸੀਂ ਪਕੜ ਪਾ ਰਹੇ ਹੋ ਕੋਈ ਹੋਰ ਨਾ ਪਕੜ ਪਾ ਰਿਹਾ ਹੋਵੇ ਜਾਂ ਮੈਂ ਨਾ ਸਮਝ ਪਾ ਰਿਹਾ ਹੋਵਾਂ ਕਿ ਤੁਸੀਂ ਕਿਵੇਂ ਅੱਜ ਦੀ ਸਟੇਟਮੈਂਟ ਤੋਂ ਬਾਅਦ ਕਹਿ ਰਹੇ ਹੋ ਕਿ ਹਰਿਆਣਾ ਨੂੰ ਪਾਣੀ ਚਲਾ ਜਾਏਗਾ। ਅਸੀਂ ਕਹਿ ਰਹੇ ਹਾਂ ਗੌਰਵ ਜੀ ਕਿ ਆਪਾਂ ਪਿਛਲੇ 1.5 ਸਾਲ 'ਚ ਮੁੱਖ ਮੰਤਰੀ ਦਾ ਕੰਡਕਟ ਦੇਖਿਆ ਨਾ, ਤੇ ਇਸ ਮੁੱਖ ਮੰਤਰੀ ਨੂੰ ਸੰਵਿਧਾਨ ਦਾ ਪਤਾ ਆ ਨਾ ਇਹ ਸੰਵਿਧਾਨ ਮੁਤਾਬਕ ਕੰਮ ਕਰਦਾ, ਬਿਨਾਂ ਮਤਲਬ ਦੇ ਕਦੀ ਗਵਰਨਰ ਸਾਹਿਬ ਨਾਲ ਕਦੀ ਕਿਸੇ ਨਾਲ ਪੰਗੇ ਲੈਂਦੇ ਨੇ, ਜਿਹਨੂੰ ਦਿਲ ਕਰਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ। ਉਹ ਜ਼ਿਆਦਾਤਰ ਕੇਸਾਂ ਦੇ ਵਿੱਚ ਹਾਈ ਕੋਰਟ 'ਚ ਇਹਨਾਂ ਨੂੰ ਫਟਕਾਰ ਲੱਗੀ, ਇਹਨਾਂ ਦੇ ਕੀਤੇ ਦਰਜ ਮੁਕੱਦਮੇ ਰੱਦ ਹੋਏ ਨੇ। ਠੀਕ ਹੈ, ਤੇ ਐਸੇ ਮੁੱਖ ਮੰਤਰੀ ਦੀ ਕ੍ਰੈਡੀਬਿਲਿਟੀ ਜਿਹਦੀ ਡਾਊਟਫੁਲ ਹੋਵੇ, ਦੇਖੋ ਤੁਹਾਡੇ ਦੋਨੋਂ ਪੈਨਲਿਸਟ ਨੇ ਵੀ ਕਿਹਾ ਕਿ ਜਦੋਂ ਹੁਣ ਚਿੜੀਆ ਚੁੱਗ ਗਈ ਖੇਤ, ਤਾਂ ਹੁਣ ਉੱਥੇ ਆ ਗਏ ਮਾਨ ਸਾਹਿਬ ਆਪਣੀ ਡਫਲੀ ਵਜਾਨ ਕਿ ਦੇਖੋ ਜੀ ਹਮ ਤਾਂ ਇਹ ਕਰ ਦੇਂਗੇ, ਹਮਨੇ ਡਿਮਾਂਡ ਉਠਾ ਦੀ। ਜਦੋਂ ਮੌਕਾ ਸੀਗਾ ਉਦੋਂ ਕਿਉਂ ਨਹੀਂ ਕੀਤਾ? ਤੁਸੀਂ ਕਿਉਂ ਗਏ ਪੰਜਾਬ ਵਾਲੇ ਮੁੱਦੇ ਦੇ ਉੱਥੇ ਮੀਟਿੰਗ ਤੇ? ਇਹਨਾਂ ਕੋਲ ਉਹਦਾ ਕੋਈ ਜਵਾਬ ਨਹੀਂ ਆ। ਠੀਕ ਹੈ, ਇਹਨਾਂ ਦੇ ਮਾਮਲੇ 'ਚ ਸਭ ਤੋਂ ਵੱਡਾ ਡਰ ਇਹ ਆ। ਠੀਕ ਹੈ, ਚਲੋ ਆਪਾਂ ਜਵਾਬ ਲਈਏ ਇਹਨਾਂ ਨੂੰ ਜੀ। ਇੱਕ 10 ਸੈਕਿੰਡ ਮੇਰੇ ਹੋਰ ਦੇ ਦਿਓ। ਦੇਖੋ ਜਿਹੜਾ ਅੱਜ ਵਾਲਾ ਮੁੱਦਾ ਮੈਂ ਫਿਰ ਤੋਂ ਉੱਥੇ ਲਿਆ ਰਿਹਾ, ਮੁਕਤਸਰ ਦੇ ਵਿੱਚ ਜੋ ਹੋਇਆ ਵਕੀਲ ਸਾਹਿਬ ਨਾਲ, ਛੋਟੀ ਘਟਨਾ ਨਹੀਂ ਆ, ਉਹ ਬੜੀ ਸ਼ਰਮਨਾਕ ਘਟਨਾ ਹੈ। ਔਰ ਜੇ ਅੱਜ ਦੇ ਟਾਈਮ ਤੇ ਐਸੀ ਘਟਨਾ ਹੋਵੇ ਔਰ ਮੁੱਖ ਮੰਤਰੀ ਉਹਦੀ 2 ਦਿਨ 'ਚ ਨਿਖੇਧੀ ਵੀ ਨਾ ਕਰੇ ਤਾਂ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਠੀਕ ਹੈ, ਮੈਂ ਰੁਕ ਕਰਦਾ। ਹੁਣ ਸਾਡੇ ਨਾਲ ਜੁੜੇ ਹੋਏ ਨੇ ਅਹਿਬਾਬ ਗਰੇਵਾਲ ਜੀ। ਅਹਿਬਾਬ ਜੀ, ਬੀਜੇਪੀ ਦੇ ਬੁਲਾਰੇ ਸਾਡੇ ਨਾਲ ਨੇ, ਨਾਰੰਗ ਸਾਹਿਬ, ਲੋਕੇਸ਼ ਨਾਰੰਗ ਜੀ, ਉਹਨਾਂ ਨੂੰ ਤੁਸੀਂ ਸੁਣਿਆ, ਉਹਨਾਂ ਦੀ ਆਵਾਜ਼ ਪਹੁੰਚੀ ਹੈ। ਔਰ ਕਾਂਗਰਸ ਤੇ ਅਕਾਲੀ ਦਲ ਕੀ ਕਹਿ ਰਹੇ, ਮੈਂ 2-2 ਪੁਆਇੰਟ ਦੇ ਵਿੱਚ ਤੁਹਾਨੂੰ ਦੱਸ ਦਿੰਦਾ। ਕਾਂਗਰਸ ਕਹਿ ਰਹੇ ਨੇ ਕਿ SYL ਦੇ ਉੱਤੇ ਤੁਹਾਡੀ ਹਾਈ ਕਮਾਂਡ ਦਿੱਲੀ ਵਾਲਿਆਂ ਦਾ ਸਟੈਂਡ ਵੱਖਰਾ ਹੈ। ਇਨਫੈਕਟ ਲੋਕੇਸ਼ ਜੀ ਵੀ ਇਹ ਜ਼ਿਕਰ ਕਰ ਰਹੇ ਸੀ, ਨਾਰੰਗ ਸਾਹਿਬ, ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੈ ਤੇ ਪਾਣੀ ਉਧਰ ਭੇਜ ਦੇਣਾ ਤੁਸੀਂ।
ਤੇ ਦੂਜੇ ਪਾਸੇ ਅਕਾਲੀ ਦਲ ਇਹ ਐਲੀਗੇਸ਼ਨਸ ਲਗਾ ਰਿਹਾ ਹੈ ਕਿ ਮਗਰਮੱਛ ਦੇ ਹੰਝੂ ਨੇ ਜਿਸ ਤਰੀਕੇ ਨਾਲ ਇਹ ਮੁੱਦਾ ਚੁੱਕਿਆ ਗਿਆ, ਕਿ ਚਾਹੇ ਹੜ੍ਹਾਂ ਦਾ ਜ਼ਿਕਰ ਹੋਵੇ ਔਰ ਫਸਲਾਂ ਦੇ ਨੁਕਸਾਨ ਦਾ ਜ਼ਿਕਰ ਹੋਵੇ, ਵਿਧਾਨ ਸਭਾ ਵਾਲੀ ਜ਼ਮੀਨ ਦਾ ਮੁੱਦਾ ਹੋਵੇ, ਇਹ ਦਿੱਲੀ ਜਾ ਕੇ ਪਹਿਲਾਂ ਹੀ ਇਸ਼ੂ ਚੁੱਕੇ ਜਾ ਸਕਦੇ ਸੀ। ਗਰੇਵਾਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ 8:25 ਤੇ ਦੋ ਭਾਈਵਾਲਾਂ ਦੀ ਗੱਲ ਸੁਣਾਉਣ ਤੋਂ ਬਾਅਦ ਤੁਸੀਂ ਮੈਨੂੰ ਬਾਕੀਆਂ ਦੀ ਗੱਲ ਸੁਣਾਈ ਜੀ। ਪਹਿਲੀ ਗੱਲ। ਦੂਜੀ ਗੱਲ, ਸਰ ਜੀ ਪੰਜਾਬ ਕੀ ਹੈ? ਪੰਜਾਬ ਹੈ 5 ਦਰਿਆਵਾਂ ਦੀ ਧਰਤੀ, ਜਿਹੜੀ ਸਿੰਧੂ ਤੇ ਯਮੁਨਾ ਦੇ ਵਿਚਾਲੇ ਵਗਦੀ। ਤੁਹਾਡੇ ਨਜ਼ਰੀਏ ਦਾ ਨਾ ਫਾਲਟ ਆ, ਤੁਸੀਂ ਵੰਡਿਆ, ਤੁਸੀਂ ਕੌਲੀ ਬਣਾਈਏ। ਪੰਜਾਬ 'ਚ ਅੱਜ ਕੱਲ੍ਹ ਗੱਡੀਆਂ ਫਿਰਦੀਆਂ ਨੇ, ਜਿਹੜੇ ਦੋਵੇਂ ਪਾਸੇ ਪੰਜਾਬ ਦੀਆਂ ਫੋਟੋਆਂ ਹੁੰਦੀਆਂ ਨੇ, ਉਧਰੋਂ ਪਾਕਿਸਤਾਨੀ ਵੀਡੀਓ ਪਾਉਂਦੇ ਆ, ਇਧਰੋਂ ਆਪਣੇ ਵਾਲੇ ਵੀਡੀਓ ਪਾਉਂਦੇ ਆ। ਸਾਡੇ ਬਾਬੇ ਦਾ ਰਹਿੰਦੇ, ਪਹਿਲਾਂ ਇੱਕ ਹਿੱਸੇ ਵੰਡਿਆ, ਦੂਜੇ ਹਿੱਸੇ ਵੰਡਿਆ। ਮੇਰੇ ਸਾਰੇ ਭਰਾ ਬੋਲੇ ਕਿਹੜਾ ਕਿੱਥੋਂ ਡੈਪੂਟੇਸ਼ਨ ਤੇ ਆਇਆ, ਮੈਨੂੰ ਪਤਾ। ਪਹਿਲੀ ਗੱਲ। ਦੂਜੀ ਗੱਲ, ਮਾਨ ਸਾਹਿਬ ਨੇ ਕੀ ਕਿਹਾ ਕਿ ਜੀ ਹੱਲ ਕਰਾ ਦਿਓ। ਪਾਣੀ ਦੀ ਗੱਲ ਸੀ ਨਾ, ਅਸੀਂ ਕਿਹਾ ਵੀ ਪਾਣੀ ਦਾ ਕਹਿ ਦਿਓ, ਸਾਡੇ ਉਹਨਾਂ ਨੇ ਕਹਿਤਾ ਵੀ ਆਹ ਪਾਣੀ ਦਾ ਕਹਿ ਦਿਓ। ਉਹ ਸਰ ਜੀ ਪਾਣੀ ਤਾਂ ਹੋ ਕੇ ਹਟਿਆ, ਹੁਣ ਆਪਾਂ ਸਾਰੇ ਹੀ ਪਾਣੀ ਹੋ ਕੇ ਹਟੇ ਆ। ਜਦੋਂ 3.5 ਕਰੋੜ ਦਰਖਤ ਹਿਮਾਲਿਆ ਚੋਂ ਵੱਢਿਆ ਜਾਵੇ, 3.5 ਕਰੋੜ ਦਰਖਤ, ਇੱਕ ਦਰਖਤ 1 ਲੱਖ ਲੀਟਰ ਪਾਣੀ ਬਚਾਉਂਦਾ ਸਰ। 3.5 ਕਰੋੜ ਨਾਲ ਜਰਬ ਦੇ ਲਓ, ਫਿਰ ਹੜ੍ਹ ਹੀ ਆਉਣਗੇ। ਜਦੋਂ ਕਿਹਾ ਜਾਵੇ ਨਾ ਕਿ ਤੁਸੀਂ ਚਾਰ ਧਾਮ ਦੀ 4 ਲੇਨ ਤੇ ਜਾਓਗੇ, ਤੁਸੀਂ ਚਿੰਤਪੁਰ ਦੀ 4 ਲੇਨ ਤੇ ਜਾਓਗੇ ਤੀਰਥ ਯਾਤਰਾ, ਹੇਮਕੁੰਟ ਸਾਹਿਬ ਦੀ 4 ਲੇਨ ਤੇ ਨਹੀਂ, ਉੱਥੇ ਰੱਬ ਕੋ ਜਾਣਾ ਹੁੰਦਾ। ਤੁਸੀਂ ਸੱਤਿਆਨਾਸ਼ ਮਾਰ ਰਹੇ ਹੋ ਟੂਰਿਜ਼ਮ ਦੇ ਨਾਮ ਤੇ। ਅੱਜ ਮੈਂ ਕਾਸ਼ੀ ਵਿਸ਼ਵਨਾਥ ਦਾ ਪੜ੍ਹ ਰਿਹਾ ਸੀਗਾ, ਸਾਰੇ ਬੋਲੇ ਜਿਹੜੇ ਮਹੰਤ ਨੇ ਸੰਕਟ ਮੋਚਨ ਮੰਦਿਰ ਦੇ BHU ਦੇ ਪ੍ਰੋਫੈਸਰ ਨੇ, ਉਹ ਕਹਿੰਦੇ ਵੀ ਸੱਤਿਆਨਾਸ਼ ਮਾਰਤਾ। ਸੋ ਗੱਲ ਇਹ ਹੈ ਤੇ ਜਿਹੜੀਆਂ ਗੱਲਾਂ ਕਰਦੇ ਆ, ਤੁਸੀਂ ਪੰਜਾਬ ਨੂੰ ਵੰਡਿਆ, ਲੁੱਟਿਆ, ਕੁੱਟਿਆ ਸਾਰਿਆਂ